ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਪੂਰਬੀ ਮਹਲਾ ਚੌਥਾ। ਹਮਰੇ ਪ੍ਰਾਨ ਵਸਗਤ ਪ੍ਰਭ ਤੁਮਰੈ, ਮੇਰਾ ਜੀਉ ਪਿੰਡ ਸਭ ਤੇਰੀ। ਦਇਆ ਕਰੋ ਹਰ ਦਰਸ ਦਿਖਾਵਹੁ, ਮੇਰਾ ਮਨ ਤਨ ਲੋਚ ਕਣੇਰੀ। ਰਾਮ ਮੇਰਾ ਮਨ ਤਨ ਲੋਚ ਮਿਲਣ ਹਰ ਕੇਰੀ। ਗੁਰ ਕਿਰਪਾਲ ਕਿਰਪਾ ਕਿੰਚਿਤ ਗੁਰ ਕੀਨੀ, ਹਰ ਮਿਲਿਆ ਆਏ ਪ੍ਰਭ ਮੇਰੀ। ਰਹਾਉ ਜੋ ਹਮਰਾ ਮਨ ਚਿਤ ਹੈ ਸੁਆਮੀ, ਸਾ ਬਿਦ ਤੁਮ ਹਰ ਜਾਨਹੁ ਮੇਰੀ। ਅਨ ਦਿਨ ਨਾਮ ਜਪੀ ਸੁਖ ਪਾਏ, ਨਿਤ ਜੀਵਾ ਆਸ ਪ੍ਰਭ ਤੇਰੀ। ਗੁਰ ਸਤਿਗੁਰ ਦਾਤੈ ਪੰਥ ਬਤਾਇਆ, ਹਰ ਮਿਲਿਆ ਆਏ ਪ੍ਰਭ ਮੇਰੀ। ਅਨ ਦਿਨ ਆਨੰਦ ਭਇਆ ਬੜ ਭਾਗੀ, ਸਭ ਆਸ ਪੁਜੀ ਜਨ ਕੇਰੀ। ਜਗन्नाथ जगदीश्वर करते, सब वसगत है हर केरी। जन नानक शरणागत आए, हर राखो पैज जन केरी। गौड़ी पूर्वी महला चौथा। हमरे प्राण वसगत प्रभ तुमरै, मेरा जियो पिंड सब तेरी। वाहिगुरु जी का खालसा, वाहिगुरु जी की फतेह। परम सन्मान योग सतगुरु महाराज ਦੀ ਸਾਚੀ ਨਵਾਜੀ ਹੋਈ। ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਆਓ ਪਾਵਨ 10 ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਪਾਵਨ ਬਾਣੀ ਦੀ ਮਹਿਮਾ ਅਪਰੰਪਾਰ ਹੈ। ਗੁਰੂ ਅਮਰਦਾਸ ਮਹਾਰਾਜ ਦੇ ਬਚਨ ਹਨ, ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਸਤਿਗੁਰੂ ਦੀ ਬਾਣੀ ਇੱਕ ਦੈਵੀ ਚਾਨਣ ਹੈ, ਇੱਕ ਅਲੌਕਿਕ ਰੌਸ਼ਨੀ ਹੈ, ਜਿਸ ਦੇ ਨਾਲ ਸਾਡੇ ਮਨਾਂ ਦੇ ਹਨੇਰੇ ਵੀ ਦੂਰ ਹੋ ਜਾਂਦੇ ਹਨ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਬਾਣੀ ਤੋਂ ਹੀ ਅਗਵਾਈ ਲੈਣੀ ਚਾਹੀਦੀ ਹੈ। ਸਤਿਗੁਰੂ ਤਾਂ ਇੱਥੋਂ ਤੱਕ ਵੀ ਕਹਿੰਦੇ ਹਨ, ਆਇਓ ਸੁਣਨ ਪੜ੍ਹਨ ਕਉ ਬਾਣੀ, ਨਾਮ ਵਿਸਾਰ ਲਗਹਿ ਅਨ ਲਾਲਚ,
ਬਿਰਥਾ ਜਨਮ ਪ੍ਰਾਣੀ। ਹਜ਼ੂਰ ਫਰਮਾਉਂਦੇ ਨੇ, ਐ ਮਨੁੱਖ, ਤੂੰ ਕੇਵਲ ਸਤਿਗੁਰੂ ਦੀ ਬਾਣੀ ਪੜ੍ਹਨ ਵਾਸਤੇ ਅਤੇ ਬਾਣੀ ਸੁਣਨ ਵਾਸਤੇ ਹੀ ਆਇਆ ਹੈ। ਜੇ ਅਸੀਂ ਆਪਣੀ ਰਸਨਾ ਤੋਂ ਸਤਿਗੁਰੂ ਦੀ ਬਾਣੀ ਨਹੀਂ ਪੜ੍ਹਦੇ, ਕੰਨਾਂ ਰਾਹੀਂ ਸਤਿਗੁਰੂ ਦੀ ਬਾਣੀ ਨੂੰ ਸੁਣਦੇ ਨਹੀਂ, ਤਾਂ ਇਹਨਾਂ ਦੀ ਕਦੇ ਵੀ ਸਫਲਤਾ ਨਹੀਂ ਹੋ ਸਕਦੀ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਥ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕਟੀਐ। ਜੇ ਰਸਨਾ ਤੋਂ ਅਕਾਲ ਪੁਰਖ ਦੀ ਬਾਣੀ ਤੇ ਗੁਰੂ ਦਾ ਬਖਸ਼ਿਆ ਨਾਮ ਨਹੀਂ ਜਪਿਆ ਜਾਵੇਗਾ, ਤਾਂ ਇਹ ਰਸਨਾ ਕਿਵੇਂ ਸਫਲ ਹੋ ਸਕਦੀ ਹੈ। ਇਹਨਾਂ ਕੰਨਾਂ ਦੀ ਸਫਲਤਾ ਵਾਸਤੇ ਵੀ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ। ਏ ਸ਼ਰਵਣਹੁ ਮੇਰਿਹੁ, ਸਾਚੈ ਸੁਣਨੈ ਨੂੰ ਪਠਾਏ। ਸਾਚੈ ਸੁਣਨੈ ਨੂੰ ਪਠਾਏ, ਸਰੀਰ ਲਾਏ, ਸੁਣਹੁ ਸਤ ਬਾਣੀ। ਸਤਿਗੁਰੂ ਕਹਿੰਦੇ ਨੇ, ਇਹ ਜੋ ਦੋ ਕੰਨ ਅਕਾਲ ਪੁਰਖ ਨੇ ਸਾਡੇ ਸਰੀਰ ਨੂੰ ਲਾਏ ਹਨ, ਇਹ ਕਾਹਦੇ ਵਾਸਤੇ ਲਾਏ ਨੇ? ਇਹ ਬਾਣੀ ਸੁਣਨ ਵਾਸਤੇ ਹੀ ਲਾਏ ਹਨ। ਜਦੋਂ ਆਪਾਂ ਜਪਜੀ ਸਾਹਿਬ ਬਾਣੀ ਪੜ੍ਹਦੇ ਹਾਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ 4 ਪੌੜੀਆਂ ਦੇ ਅੰਦਰ ਸਰਵਣ ਦਾ ਮਹਾਤਮ ਲਿਖਿਆ ਹੈ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਤਰਤ ਤਵਲ ਆਕਾਸ। ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹਿ ਨ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਇਹ ਬਾਣੀ ਦੇ ਸਰਵਣ ਦਾ ਮਹਾਤਮ ਹੈ। ਅਖੀਰਲੀ ਪੌੜੀ ਵਿੱਚ ਸਤਿਗੁਰੂ ਨੇ ਫਰਮਾਇਆ ਹੈ, ਸੁਣਿਆ ਸਰਾ ਗੁਣਾ ਕੇ ਗਾਹ। ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਹੋ। ਸੁਣਿਆ ਹਾਥ ਹੋਵੈ ਅਸਗਾਹੋ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਇਸ ਪੌੜੀ ਦੇ ਵਿੱਚ ਇੱਕ ਖਾਸ ਪੰਕਤੀ ਹੈ, ਸੁਣਿਆ ਅੰਧੇ ਪਾਵਹਿ ਰਾਹੋ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਸਤਿਗੁਰੂ ਦੀ ਬਾਣੀ ਨੂੰ ਸੁਣਦਾ ਹੈ, ਅੰਨੇ ਨੂੰ ਵੀ ਰਾਹ ਲੱਭ ਜਾਂਦਾ ਹੈ। ਸੁਣ ਕੇ ਅੰਨਾ ਵੀ ਸਿੱਧੇ ਰਾਹ ਤੁਰ ਪੈਂਦਾ। ਇਸੇ ਲਈ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਜੀਵ ਨੂੰ ਅੰਨਾ ਹੀ ਬਿਆਨ ਕੀਤਾ ਹੈ। ਅੰਧੇ ਇਹ ਨਾ ਆਖੀਆਂ ਅੰਜਨ ਮੁਖ ਲੋਇਣ ਨਾਹੇ। ਅੰਧੇ ਸਈ ਨਾਨਕਾ ਜੇ ਖਸਮੋਂ ਕੁੱਥੇ ਜਾਹੇ। ਹਜ਼ੂਰ ਕਹਿੰਦੇ, ਅੰਨੇ ਉਹ ਨਹੀਂ ਜਿਨ੍ਹਾਂ ਨੂੰ ਸੰਸਾਰ ਨਜ਼ਰ ਨਹੀਂ ਆਉਂਦਾ, ਬਲਕਿ ਅੰਨੇ ਉਹ ਹਨ ਜਿਨ੍ਹਾਂ ਨੂੰ ਪਰਮਾਤਮਾ ਨਜ਼ਰ ਨਹੀਂ ਆਉਂਦਾ। ਜਿਹੜੇ ਰੱਬ ਤੋਂ ਹੀ ਮੁਨਕਰ ਹੋਏ ਬੈਠੇ ਨੇ, ਉਹਨਾਂ ਨੂੰ ਸਤਿਗੁਰੂ ਦੀ ਬਾਣੀ ਨੇ ਅੰਨੇ ਲਿਖਿਆ ਹੈ। ਤੇ ਉਹਨਾਂ ਅੰਨਿਆਂ ਨੂੰ ਗੁਰੂ ਮਹਾਰਾਜ ਨੇ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ, ਬਈ ਜੇ ਤੁਸੀਂ ਆਪਣੇ ਜੀਵਨ ਦਾ ਪੰਧ ਤੈਅ ਕਰਨਾ ਚਾਹੁੰਦੇ ਹੋ, ਫਿਰ ਸਤਿਗੁਰੂ ਦੀ ਬਾਣੀ ਦੀ ਟੇਕ ਲਓ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲਹਿ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਣ ਪਾਲੀ। ਉਹ ਪੱਲਾ ਕਿਹੜਾ ਹੈ? ਉਹ ਹੈ ਸ਼ਬਦ ਦਾ ਪੱਲਾ, ਉਹ ਹੈ ਬਾਣੀ ਦਾ ਪੱਲਾ, ਜਿਸ ਨੂੰ ਪਕੜ ਕੇ ਅੰਨਾ ਆਦਮੀ ਵੀ ਭਗਤੀ ਦੇ ਮਾਰਗ ਤੇ, ਸਿੱਖੀ ਦੇ ਮਾਰਗ ਤੇ, ਰੂਹਾਨੀਅਤ ਦੇ ਮਾਰਗ ਤੇ ਚੱਲ ਸਕਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਗੁਰਬਾਣੀ ਨੂੰ ਦੇਵੀ ਚਾਨਣ ਲਿਖਿਆ ਹੈ। ਇਸ ਤੋਂ ਹਰ ਗੁਰਸਿੱਖ ਮਾਈ ਭਾਈ ਨੂੰ
ਅਗਵਾਈ ਲੈਣੀ ਚਾਹੀਦੀ ਹੈ। ਧੰਨ ਤਾਂ ਜੋਗੋ ਗੁਰਸਿੱਖ ਮਾਈ ਭਾਈ ਹਨ ਜੋ ਇਸ ਗੁਰਬਾਣੀ ਨਾਲ ਜੁੜੇ ਹੋਏ ਨੇ, ਤੇ ਹਰ ਗੁਰਸਿੱਖ ਮਾਈ ਭਾਈ ਨੂੰ ਗੁਰਬਾਣੀ ਦੇ ਨਾਲ ਹੀ ਜੁੜਨਾ ਚਾਹੀਦਾ ਹੈ। ਬਾਣੀ ਹੀ ਤਾਂ ਸਾਡਾ ਗੁਰੂ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਦੁਆਰਾ ਸਾਨੂੰ ਗਿਆਨ ਦਾ ਚਾਨਣ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਐ ਗਰੀਬ ਨਵਾਜ਼ ਸਤਿਗੁਰੂ ਜੀ, ਸਾਨੂੰ ਇਹ ਦੱਸੋ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਕਿਵੇਂ ਹੋ ਸਕਦਾ ਹੈ, ਕਿਉਂਕਿ ਸਾਡੇ ਜੀਵਨ ਦਾ ਮਨੋਰਥ ਹੀ ਇਹੀ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਵਾਹਿਗੁਰੂ ਦਾ ਮਿਲਾਪ ਹੀ ਸਾਡੇ ਮਨੁੱਖੀ ਜੀਵਨ ਦਾ ਮੁੱਖ ਉਦੇਸ਼ ਹੈ। ਹੁਣ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਕਿਵੇਂ ਹੋ ਸਕਦਾ ਹੈ, ਇਹ ਸਾਡੇ ਜੀਵਨ ਦਾ ਸਭ ਤੋਂ ਵੱਡਾ ਸਵਾਲ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਦਾ ਜਵਾਬ ਦਿੰਦੇ ਨੇ। ਸਭ ਤੋਂ ਪਹਿਲਾਂ ਤੁਸੀਂ ਉਸ ਪਰਮ ਪਿਤਾ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ, ਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੋਵੇਗਾ, ਉਹ ਤੁਹਾਨੂੰ ਪੂਰੇ ਗੁਰੂ ਦੇ ਨਾਲ ਮਿਲਾ ਦੇਵੇਗਾ। ਤੇ ਜਦੋਂ ਪੂਰੇ ਗੁਰੂ ਨੇ ਤੁਹਾਡੇ ਤੇ ਨਜ਼ਰੇ ਕਰਮ, ਨਜ਼ਰੇ ਅਨਾਇਤ ਕਰ ਦਿੱਤੀ, ਫਿਰ ਇਹਦੇ ਨਾਲ ਤੁਹਾਡਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋਣਾ। ਗੁਰੂ ਤੇ ਰੱਬ ਦੀ ਸਾਂਝੀ ਕਿਰਪਾ ਦੀ ਲੋੜ ਹੈ ਆਪਣੇ ਜੀਵਨ ਦੇ ਉਦੇਸ਼ ਨੂੰ ਸਿੱਧ ਕਰਨ ਦੇ ਲਈ। ਹੁਣ ਇਸੇ ਹੀ ਸਿਧਾਂਤ ਨੂੰ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਇਸ ਪਾਵਨ ਗੁਰਸ਼ਬਦ ਅੰਦਰ ਪ੍ਰਗਟਾ ਰਹੇ ਹਨ। ਰਾਮ ਮੇਰਾ ਮਨ ਤਨ ਲੋਚ ਮਿਲਣ ਹਰ ਕੇਰੀ। ਹੇ ਭਾਈ, ਮੇਰੇ ਮਨ ਵਿੱਚ ਵੀ, ਮੇਰੇ ਤਨ ਸਰੀਰ ਵਿੱਚ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੀ ਬੜੀ ਲੋਚ ਦਾ ਅਰਥ ਹੈ ਇੱਛਾ, ਤਾਂਘ ਲੱਗੀ ਹੋਈ ਸੀ। ਗੁਰ ਕਿਰਪਾਲ ਕਿਰਪਾ ਕਿੰਚਤ ਗੁਰ ਕੀਨੀ। ਗੁਰੂ ਕਿਰਪਾਲੂ ਸਨ, ਕਿਰਪਾ ਦੇ ਘਰ ਸਨ। ਜਦੋਂ ਉਹਨਾਂ ਦੇ ਚਰਨਾਂ ਦੇ ਵਿੱਚ ਪਹੁੰਚ ਗਏ ਤੇ ਗੁਰੂ ਨੇ ਕਿੰਚਤ ਦਾ ਅਰਥ ਹੈ ਰੰਚਕ ਮਾਤਰ, ਥੋੜੀ ਜਿੰਨੀ ਸਾਡੇ ਤੇ ਕਿਰਪਾ ਕਰ ਦਿੱਤੀ। ਹਰ ਮਿਲਿਆ ਆਏ ਪ੍ਰਭ ਮੇਰੀ। ਉਸ ਗੁਰੂ ਦੀ ਥੋੜੀ ਜਿਹੀ ਕਿਰਪਾ ਦੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆ ਕੇ ਮਿਲ ਗਿਆ, ਜਿਸ ਨੂੰ ਮੇਰੀ ਦਾ ਅਰਥ ਹੈ ਅਸੀਂ ਮੇਰਾ ਭਾਵ ਆਪਣਾ ਸਮਝਦੇ ਸਾਂ। ਹਰ ਮਿਲਿਆ ਆਏ ਪ੍ਰਭ ਮੇਰੀ, ਜਿਸ ਉੱਤੇ ਸਾਡੀ ਆਪਣੀ ਆਪਣਤ ਸੀ, ਜਿਸ ਨੂੰ ਅਸੀਂ ਮਿਲਣਾ ਚਾਹੁੰਦੇ ਸਾਂ, ਉਹ ਐਸਾ ਅਕਾਲ ਪੁਰਖ ਵਾਹਿਗੁਰੂ ਆ ਕੇ ਸਾਨੂੰ ਮਿਲਿਆ ਹੈ। ਇਹਦਾ ਮਤਲਬ ਇਹ ਹੋਇਆ ਵਾਹਿਗੁਰੂ ਦੀ ਕਿਰਪਾ ਨਾਲ ਪੂਰੇ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਗੁਰੂ ਦੀ ਕਿੰਚਤ ਕਿਰਪਾ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਹੋ ਜਾਂਦੇ ਨੇ। ਲੋ ਹੁਣ ਆਰੰਭ ਤੋਂ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ, ਤੇ ਫਿਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਪੂਰੇ ਗੁਰੂ ਦਾ ਮਿਲਾਪ ਤੇ ਪੂਰੇ ਗੁਰੂ ਦੀ ਕਿਰਪਾ ਦੁਆਰਾ ਜੋ ਲਾਭ ਪ੍ਰਾਪਤ ਹੁੰਦੇ ਨੇ, ਉਹਨਾਂ ਦਾ ਬਹੁਤ ਸੋਹਣਾ ਨਿਰਣਾ ਵਿਚਾਰ ਸਾਨੂੰ ਸਮਝਾ ਰਹੇ ਹਨ। ਸਭ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਪੂਰਵੀ ਮਹੱਲਾ ਚੌਥਾ। ਹਮਰੇ ਪ੍ਰਾਨ ਵਸਗਤ ਪ੍ਰਭ ਤੁਮਰੈ, ਮੇਰਾ ਜੀਉ ਪਿੰਡ ਸਭ ਤੇਰੀ। ਗੌੜੀ ਰਾਗ ਦਾ ਨਾਮ ਹੈ, ਪੂਰਬੀ ਗੌੜੀ ਰਾਗ ਦੀ ਜਾਤੀ ਹੈ।
ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਬਾਣੀ ਹੈ। ਹਜ਼ੂਰ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰ ਰਹੇ ਹਨ। ਹਮਰੇ ਪ੍ਰਾਣ ਵਸਗਤ ਪ੍ਰਭ ਤੁਮਰੇ। ਹੇ ਵਾਹਿਗੁਰੂ ਜੀ, ਸਾਡੇ ਪ੍ਰਾਣਾਂ ਦੀ ਗਤੀ ਤੁਹਾਡੇ ਆਪਣੇ ਹੱਥ ਵੱਸ ਹੈ। ਸਾਡੇ ਅੰਦਰ ਸਵਾਸ ਚੱਲ ਰਹੇ ਨੇ, ਉਹ ਸਵਾਸ ਅੰਦਰ ਵੀ ਜਾਂਦੇ ਨੇ, ਬਾਹਰ ਵੀ ਆਉਂਦੇ ਨੇ। ਇਹਨਾਂ ਸਵਾਸਾਂ ਦੀ ਗਤੀ ਨਾ ਤੇ ਮਨੁੱਖ ਦੇ ਹੱਥ ਵੱਸ ਹੈ, ਨਾ ਕਿਸੇ ਹੋਰ ਦੇ ਹੱਥ ਵੱਸ ਹੈ। ਇਹ ਪ੍ਰਾਣਾਂ ਦੀ ਗਤੀ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵੱਸ ਹੀ ਹੈ। ਗਣ ਕਾਲੇ ਸਭ ਦਿਵਸ ਸਾਸ, ਨੈ ਬੜਨ ਕਟਨ ਤਿਲ ਸਾਰ। ਉਸ ਵਾਹਿਗੁਰੂ ਪਰਮੇਸ਼ਰ ਨੇ ਹਰ ਜੀਵ ਨੂੰ ਸੁਆਸ ਦਿੱਤੇ ਨੇ, ਤੇ ਜਿੰਨੇ ਸੁਆਸ ਦਿੱਤੇ ਨੇ ਓਨੇ ਹੀ ਭੋਗਣੇ ਨੇ। ਉਸ ਤੋਂ ਵੱਧ ਨਹੀਂ, ਉਸ ਤੋਂ ਘੱਟ ਵੀ ਨਹੀਂ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਵੇਂ ਹੋਰ ਸਰੀਰ ਦੇ ਅੰਗਾਂ ਤੇ ਮਨੁੱਖ ਦਾ ਕੰਟਰੋਲ ਹੋ ਸਕਦਾ ਹੈ, ਇਹ ਹੱਥਾਂ ਦੇ ਨਾਲ ਆਪਣੇ ਮਨਮਰਜ਼ੀ ਦੇ ਕੰਮ ਕਰ ਸਕਦਾ ਹੈ, ਪੈਰਾਂ ਦੇ ਨਾਲ ਜਿੱਥੇ ਜਾਣਾ ਚਾਹੇ ਚੱਲ ਕੇ ਜਾ ਸਕਦਾ ਹੈ, ਆਪਣੀਆਂ ਅੱਖਾਂ ਦੇ ਨਾਲ ਜੋ ਕੁਝ ਵੇਖਣਾ ਚਾਹੁੰਦਾ ਹੈ ਵੇਖ ਸਕਦਾ ਹੈ, ਆਪਣੀ ਰਸਨਾ ਦੇ ਨਾਲ ਜੋ ਕੁਝ ਬੋਲਣਾ ਬੋਲ ਸਕਦਾ ਹੈ। ਪਰ ਸਵਾਸਾਂ 'ਤੇ ਮਨੁੱਖ ਦਾ ਕੰਟਰੋਲ ਨਹੀਂ ਹੈ। ਸਵਾਸ ਇੱਕ ਰਸ ਚੱਲਦੇ ਹੀ ਰਹਿੰਦੇ ਨੇ, ਚਾਹੇ ਮਨੁੱਖ ਜਾਗਦਾ ਹੈ, ਚਾਹੇ ਸੁੱਤਾ ਪਿਆ ਹੈ। ਸਵਾਸਾਂ ਦੀ ਗਤੀ ਇਕਸਾਰ ਚੱਲਦੀ ਹੈ। ਇਸੇ ਲਈ ਸਵਾਸ ਹੀ ਸਾਡੇ ਜੀਵਨ ਦਾ ਆਧਾਰ ਨੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਹਨ ਕਿ ਹੇ ਵਾਹਿਗੁਰੂ ਜੀ, ਜੋ ਸਾਡੇ ਪ੍ਰਾਣ ਨੇ, ਸਵਾਸ ਨੇ, ਇਹਨਾਂ ਦੀ ਗਤੀ ਤੁਹਾਡੇ ਆਪਣੇ ਹੱਥ ਵੱਸ ਹੈ। ਮੇਰਾ ਜੀਓ ਪਿੰਡ ਸਭ ਤੇਰੀ। ਇਹ ਮੇਰਾ ਜੀਓ ਦਾ ਅਰਥ ਹੈ ਜੀਵਨ ਵੀ ਤੇ ਪਿੰਡ ਸਰੀਰ ਵੀ। ਇਹ ਸਭ ਤੇਰੀ ਦਾਤ ਹੈ, ਕਿਉਂਕਿ ਨਾ ਤੇ ਜੀਵਨ ਸਾਨੂੰ ਕਿਸੇ ਨੇ ਦਿੱਤਾ ਹੈ ਤੇ ਨਾ ਹੀ ਸਰੀਰ ਸਾਡਾ ਸਾਨੂੰ ਕਿਸੇ ਨੇ ਦਿੱਤਾ ਹੈ। ਇਹ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਦਾਤ ਹੈ। ਜੀ ਹੁਣ ਆਪਾਂ ਇਹਦੀ ਵਿਚਾਰ ਕਰਨ ਲੱਗੀਏ, ਇਹ ਜਿਹੜਾ ਸਾਡਾ ਪਿੰਡ ਸਰੀਰ ਹੈ, ਇਹਦੀ ਕਿੰਨੀ ਕੁ ਕੀਮਤ ਹੈ, ਇਹਦੇ ਬਾਰੇ ਕੁਛ ਵੀ ਕਹਿਣਾ ਬਹੁਤ ਔਖੀ ਗੱਲ ਹੈ। ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਹੀਰੇ ਜੈਸਾ ਜਨਮ ਹੈ ਕੌਡੀ ਬਦਲਿਆ ਜਾਏ। ਇਸ ਮਨੁੱਖਾ ਜਨਮ ਨੂੰ ਹੀਰੇ ਵਰਗਾ ਅਮੋਲਕ ਦੱਸਿਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਨੁੱਖਾ ਸਰੀਰ ਦੀ ਮਹਾਨਤਾ ਦੱਸਦਿਆਂ ਹੋਇਆਂ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ, ਇਸ ਨੂੰ ਸਾਰੀਆਂ ਜੂਨਾਂ ਦਾ ਬਾਦਸ਼ਾਹ ਲਿਖਦੇ ਨੇ। ਇਸ ਲਈ ਇਸ ਮਨੁੱਖਾ ਜਨਮ ਦੀ ਏਡੀ ਵੱਡੀ ਮਹਾਨਤਾ ਹੈ। ਇਹਦੇ ਵਿੱਚ ਅਸੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਵੀ ਮਿਲ ਸਕਦੇ ਹਾਂ। ਜਿਹੜੀਆਂ ਬਾਕੀ ਜੂਨਾਂ ਨੇ, ਉਹਨਾਂ ਵਿੱਚ ਸਿਰਫ ਜੀਵ ਕਰਮਾਂ ਦਾ ਫਲ ਭੋਗਣ ਵਾਸਤੇ ਜਾਂਦਾ ਹੈ, ਪਰ ਕੋਈ ਅਗਾਂਹ ਤਰੱਕੀ ਨਹੀਂ ਕਰ ਸਕਦਾ। ਕੇਵਲ ਮਨੁੱਖਾ ਸਰੀਰ ਹੈ ਜਿਸ ਦੇ ਵਿੱਚ ਮਨੁੱਖ ਭਗਤੀ ਕਰਕੇ, ਸਿਮਰਨ ਕਰਕੇ, ਗੁਰੂ ਦੀ ਕਿਰਪਾ ਦਾ ਪਾਤਰ ਹੋ ਕੇ ਰੱਬ ਨੂੰ ਵੀ ਮਿਲ ਸਕਦਾ ਹੈ, ਆਪਣੇ ਜੀਵਨ ਦੇ ਮਕਸਦ ਨੂੰ ਹੱਲ ਕਰ ਸਕਦਾ ਹੈ, ਆਪਣੇ ਜੀਵਨ ਦੇ ਮਨੋਰਥ ਨੂੰ ਸਿੱਧ ਕਰ ਸਕਦਾ ਹੈ। ਇਹ ਮਨੁੱਖਾ ਦੇਹ ਦੇ ਵਿੱਚ ਹੀ ਸਾਰਾ ਕੁਝ ਹੋਣਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਮਨੁੱਖ ਨੂੰ ਹੀ ਸਮਝਾਇਆ ਹੈ ਕਿ ਤੂੰ ਵਾਹਿਗੁਰੂ ਦੇ ਚਰਨਾਂ ਵਿੱਚ ਇਉਂ ਅਰਦਾਸ ਕਰ, ਹੇ ਵਾਹਿਗੁਰੂ ਜੀ, ਜੋ ਸਾਡੇ ਪ੍ਰਾਣ ਨੇ, ਸਵਾਸ ਚੱਲ ਰਹੇ ਨੇ, ਇਹਨਾਂ ਦੀ ਗਤੀ ਵੀ ਤੁਹਾਡੇ ਹੱਥ ਵੱਸ ਹੈ, ਤੇ ਮੇਰਾ ਜੀਵਨ ਵੀ, ਮੇਰਾ ਸਰੀਰ ਵੀ, ਇਹ ਸਭ ਤੁਹਾਡੀ ਬਖਸ਼ੀ ਹੋਈ ਦਾਤ ਹੈ। ਦਇਆ ਕਰੋ ਹਰ ਦਰਸ ਦਿਖਾਵਹੁ, ਮੇਰਾ ਮਨ ਤਨ ਲੋਚ ਕਣੇਰੀ। ਹੇ ਵਾਹਿਗੁਰੂ ਜੀ, ਤੁਸੀਂ ਹੁਣ ਮੇਰੇ ਤੇ ਦਇਆ ਕਰੋ। ਤੁਸੀਂ ਮੈਨੂੰ ਮਨੁੱਖਾ ਸਰੀਰ ਵੀ ਦੇ ਦਿੱਤਾ ਹੈ ਤੇ ਮੈਨੂੰ ਅਮੋਲਕ ਜੀਵਨ ਵੀ ਦੇ ਦਿੱਤਾ ਹੈ, ਮੈਨੂੰ ਸਵਾਸ ਵੀ ਬਖਸ਼ਿਸ਼ ਕਰ ਦਿੱਤੇ ਨੇ, ਤੇ ਹੁਣ ਕਿਰਪਾ ਕਰੋ ਮੈਨੂੰ ਆਪਣਾ ਦਰਸ਼ਨ ਵੀ ਦਿਖਾ ਦਿਓ। ਇਸ ਮਨੁੱਖਾ ਦੇਹ ਦੇ ਅੰਦਰ ਤੁਹਾਡੇ ਦੀਦਾਰ ਵੀ ਹੋ ਜਾਣ। ਅਬ ਕੀ ਬਾਰ ਬਖਸ਼ ਬੰਦੇ ਕੋ ਬੋਹਰ ਨਾ ਭਵ ਜਲ ਫੇਰਾ।
ਐਤਕੀ ਵਾਰ ਮਹਾਰਾਜ ਤੁਸੀਂ ਕਿਰਪਾ ਕਰੋ, ਆਪਣਾ ਦਰਸ਼ ਦਿਖਾ ਦਿਓ। ਮੇਰਾ ਮਨ ਤਾਂ ਲੋਚ ਘਨੇਰੀ, ਮੇਰੇ ਮਨ ਵਿੱਚ ਵੀ ਮੇਰੇ ਤਨ ਸਰੀਰ ਵਿੱਚ ਵੀ ਤੁਹਾਡੇ ਦਰਸ਼ਨਾਂ ਦੀ ਬਹੁਤੀ ਲੋਚ ਇੱਛਾ ਤਾਂਘ ਲੱਗੀ ਹੋਈ ਹੈ, ਤੇ ਤੁਸੀਂ ਕਿਰਪਾ ਕਰੋ ਮੈਨੂੰ ਦਰਸ਼ਨ ਦਿਖਾਓ। ਇਹ ਜਿਹੜੀ ਪਹਿਲੀ ਅਰਦਾਸ ਹੈ ਅਕਾਲ ਪੁਰਖ ਦੇ ਚਰਨਾਂ ਵਿੱਚ ਕੀਤੀ ਗਈ ਹੈ। ਤੇ ਜਦੋਂ ਕੋਈ ਵੀ ਜੀਵ, ਕੋਈ ਵੀ ਇਨਸਾਨ, ਕੋਈ ਵੀ ਗੁਰਸਿੱਖ ਮਾਈ ਭਾਈ ਜਗਿਆਸੂ ਬਣ ਕੇ ਉਸ ਪਰਮ ਪਿਤਾ, ਉਹ ਗੁਰੂਆਂ ਦੇ ਗੁਰੂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹੈ, ਤੇ ਫਿਰ ਵਾਹਿਗੁਰੂ ਪਰਮੇਸ਼ਰ ਅੱਗੇ ਕੋਈ ਨਾ ਕੋਈ ਇਹੋ ਜਿਹਾ ਸਬੱਬ ਬਣਾਉਂਦਾ ਹੈ ਜਿਹਦੇ ਨਾਲ ਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ। ਰਾਮ ਮੇਰਾ ਮਨ ਤਨ ਲੋਚ ਮਿਲਣ ਹਰ ਕੇਰੀ, ਗੁਰ ਕਿਰਪਾਲ ਕਿਰਪਾ ਕਿੰਚਿਤ ਗੁਰ ਕੀਨੀ, ਹਰ ਮਿਲਿਆ ਆਏ ਪ੍ਰਭ ਮੇਰੀ। ਰਹਾ ਇਹ ਹਨ ਸਿਧਾਂਤ ਰੂਪ ਪੰਕਤੀਆਂ ਜਿਨ੍ਹਾਂ ਤੋਂ ਅਰਥ ਆਰੰਭ ਕੀਤਾ ਗਿਆ ਸੀ। ਇਹਦਾ ਵਿਚਾਰ ਇਸ ਪ੍ਰਕਾਰ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਰਹੇ ਨੇ। ਰਾਮ, ਹੇ ਵਾਹਿਗੁਰੂ, ਮੇਰੇ ਮਨ ਤੇ ਤਨ ਦੇ ਅੰਦਰ ਆਪ ਜੀ ਦੇ ਮਿਲਣ ਦੀ ਤਾਂਘ ਲੱਗੀ ਹੋਈ ਹੈ, ਤੁਹਾਡੇ ਦਰਸ਼ਨਾਂ ਦੀ ਸਿੱਖ ਲੱਗੀ ਹੋਈ ਹੈ, ਤੇ ਇਹ ਮੇਰੀ ਸਦਰ ਕਿਵੇਂ ਪੂਰੀ ਹੋਵੇਗੀ। ਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਕੀਤੀ ਤਾਂ ਉਸਨੇ ਕਿਰਪਾ ਕੀਤੀ, ਗੁਰੂ ਦੇ ਦਰਸ਼ਨ ਦੀਦਾਰ ਕਰਵਾ ਦਿੱਤੇ। ਜਦੋਂ ਗੁਰੂ ਦੀ ਸ਼ਰਨ ਵਿੱਚ ਆਏ, ਗੁਰ ਕਿਰਪਾਲ ਕਿਰਪਾ ਕਿੰਚਤ ਗੁਰ ਕੀਨੀ, ਜਦੋਂ ਕਿਰਪਾ ਦੇ ਘਰ ਦਿਆਲੂ ਕਿਰਪਾਲੂ ਸਤਿਗੁਰੂ ਨੇ, ਕਿੰਚਤ ਦਾ ਅਰਥ ਹੈ ਰੰਚਕ ਪਾਰ, ਥੋੜੀ ਜਿਹੀ ਕਿਰਪਾ ਦ੍ਰਿਸ਼ਟੀ ਕਰ ਦਿੱਤੀ। ਹਰ ਮਿਲਿਆ ਆਏ ਪ੍ਰਭ ਮੇਰੀ, ਉਹ ਵਾਹਿਗੁਰੂ ਪਰਮੇਸ਼ਰ, ਜੋ ਮੇਰੀ ਦਾ ਅਰਥ ਹੈ ਵੀ ਸਾਡੇ ਮਨ ਦਾ ਮੇਲੀ ਸੀ, ਭਾਵ ਸਾਡਾ ਜਿਗਰੀ ਦੋਸਤ ਸੀ, ਜਾਂ ਮੇਰੀ ਦਾ ਅਰਥ ਹੈ ਜਿਹਦੇ ਉੱਤੇ ਸਾਡੀ ਆਪਣਤ ਸੀ, ਜਿਸ ਨੂੰ ਅਸੀਂ ਆਪਣਾ ਸਮਝਦੇ ਸਾਂ। ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਮਿਲਿਆ, ਭਾਵ ਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਮਿਲਦਾ ਹੈ। ਗੁਰੂ ਤੋਂ ਬਿਨਾਂ ਕੋਈ ਕਿਸੇ ਨੂੰ ਰੱਬ ਨੂੰ ਨਹੀਂ ਮਿਲਾ ਸਕਦਾ ਤੇ ਨਾ ਹੀ ਕੋਈ ਮਿਲ ਸਕਦਾ ਹੈ। ਜਦੋਂ ਪੂਰੇ ਗੁਰੂ ਦੀ ਕਿਰਪਾ ਹੋਵੇ ਤੇ ਫਿਰ ਵਾਹਿਗੁਰੂ ਪਰਮੇਸ਼ਰ ਆਪ ਹੀ ਆ ਕੇ ਮਿਲਦਾ ਹੈ। ਦੂਸਰਾ, ਇਹਦੇ ਵਿੱਚ ਇੱਕ ਹੋਰ ਵੀ ਗੁਰੂ ਮਹਾਰਾਜ ਨੇ ਸਾਨੂੰ ਇੱਕ ਸਿਧਾਂਤ ਸਮਝਾ ਦਿੱਤਾ, ਹਰ ਮਿਲਿਆ ਆਏ ਪ੍ਰਭ ਮੇਰੀ। ਮਨੁੱਖ ਯਤਨ ਇਹ ਕਰਦਾ ਹੈ ਕਿ ਮੈਂ ਆਪਣੇ ਆਪ ਜਾ ਕੇ ਉਸ ਪਰਮਾਤਮਾ ਨੂੰ ਮਿਲਾਂ। ਹਰ ਆਦਮੀ ਦੀ ਇਹ ਕੋਸ਼ਿਸ਼ ਹੈ ਕਿ ਮੈਂ ਜਾ ਕੇ ਪਰਮਾਤਮਾ ਨੂੰ ਮਿਲਾਂ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਨੁੱਖ ਗੁਰੂ ਨੂੰ ਤਾਂ ਮਿਲ ਸਕਦਾ ਆਪਣੀ ਕੋਸ਼ਿਸ਼ ਦੇ ਨਾਲ, ਪਰ ਨਾਲ ਉਹ ਵੀ ਵਾਹਿਗੁਰੂ ਦੀ ਕਿਰਪਾ ਹੋਵੇ। ਪਰ ਇਹ ਮਨੁੱਖ ਕਦੀ ਵੀ ਭੁੱਲ ਕੇ ਵੀ ਰੱਬ ਨੂੰ ਨਹੀਂ ਮਿਲ ਸਕਦਾ, ਰੱਬ ਨੂੰ ਤਾਂ ਗੁਰੂ ਹੀ ਮਿਲਾ ਸਕਦਾ। ਇਸ ਲਈ ਸਾਨੂੰ ਰੱਬ ਨੂੰ ਮਿਲਣ ਦੀ ਕੋਸ਼ਿਸ਼ ਛੱਡ ਕੇ ਗੁਰੂ ਵੱਲ ਆਉਣਾ ਚਾਹੀਦਾ। ਤੇ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਜਾਵਾਂਗੇ, ਗੁਰੂ ਦੀ ਥੋੜੀ ਜਿਹੀ ਕਿਰਪਾ ਦੀ ਲੋੜ ਹੈ, ਤੇ ਫਿਰ ਆਪਣੇ ਆਪ ਹੀ ਵਾਹਿਗੁਰੂ ਪਰਮੇਸ਼ਰ ਆ ਕੇ ਮਿਲ ਜਾਂਦਾ ਹੈ। ਜੋ ਹਮਰਾ ਮਨ ਚਿਤ ਹੈ ਸੁਆਮੀ, ਸਾ ਬਿਦ ਤੁਮ ਹਰ ਜਾਨਹੁ ਮੇਰੀ। ਲਓ ਹੁਣ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਆਪਣੇ ਮਨ ਦੀ ਜਿਹੜੀ ਵੇਦਨਾ ਹੈ ਉਹਨੂੰ ਪ੍ਰਗਟ ਕਰਦੇ ਹਨ। ਹੇ ਵਾਹਿਗੁਰੂ ਜੀ, ਜੋ ਸਾਡੇ ਮਨ ਚਿੱਤ ਵਿੱਚ ਜੋ ਵੀ ਸਾਡੀ ਪੀੜਾ ਹੈ, ਵਿਛੋੜੇ ਦਾ ਅਹਿਸਾਸ ਹੈ, ਜਾਂ ਤੁਹਾਡੇ ਮਿਲਣ ਦੀ ਤਾਂਘ ਹੈ, ਸਾਬੇ ਤੁਮ ਹਰ ਜਾਨੋ ਮੇਰੀ। ਹੇ ਪ੍ਰਭੂ ਜੀ, ਹੇ ਅਕਾਲ ਪੁਰਖ ਜੀ, ਉਹ ਮੇਰੀ ਮਨ ਦੀ ਹਾਲਤ ਨੂੰ ਤੁਸੀਂ ਅੱਛੀ ਤਰ੍ਹਾਂ ਜਾਣਦੇ ਹੋ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਸਾਡੇ ਦਿਲਾਂ ਦੀਆਂ ਜਾਣਦਾ ਹੈ। ਇਸੇ ਲਈ ਤਾਂ ਉਹਨੂੰ ਅੰਤਰਜਾਮੀ ਕਿਹਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ, ਹੇ ਵਾਹਿਗੁਰੂ ਜੀ, ਜੋ ਸਾਡੇ ਮਨ ਚਿੱਤ ਵਿੱਚ ਆਪ ਜੀ ਦੇ ਦਰਸ਼ਨਾਂ ਦੀ ਤਾਂਘ ਲੱਗੀ ਹੋਈ ਹੈ, ਜੋ ਸਾਡੇ ਮਨ ਦੀ ਭਾਵਨਾ ਹੈ, ਜੋ ਸਾਡੇ ਮਨ ਦੀ ਦਸ਼ਾ ਹੈ, ਤੇ ਉਸ ਨੂੰ ਆਪ ਚੰਗੀ ਤਰ੍ਹਾਂ ਜਾਣਦੇ ਹੋ। ਅਨ ਦਿਨ ਨਾਮ ਜਪੀ ਸੁਖ ਪਾਈ,
ਨਿਤ ਜੀਵਾ ਆਸ ਹਰ ਤੇਰੀ। ਹੇ ਵਾਹਿਗੁਰੂ ਜੀ, ਮੈਂ ਤੇ ਦਿਨ ਰਾਤ ਹੀ ਤੇਰਾ ਨਾਮ ਜਪਦਾ ਰਹਿਣਾ ਹਾਂ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਠੀਕ ਹੈ, ਢੁਕਵਾਂ ਸਮਾਂ ਅੰਮ੍ਰਿਤ ਵੇਲਾ ਹੀ ਹੈ। ਅੰਮ੍ਰਿਤ ਵੇਲੇ ਤੋਂ ਜਾਪ ਸ਼ੁਰੂ ਕਰਨਾ ਹੈ ਤੇ ਫਿਰ ਜਿੰਨਾ ਵੀ ਸਮਾਂ ਮਿਲੇ, ਦਿਨ ਚਾਹੇ ਰਾਤ ਨੂੰ, ਜਪੀ ਹੀ ਜਾਣਾ ਹੈ। ਆਖੀਰ ਤੇ ਸਤਿਗੁਰੂ ਦਾ ਹੁਕਮ ਹੈ, ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਬਸ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਕਰਨਾ। ਹਜ਼ੂਰ ਕਹਿੰਦੇ, ਅੰਦਨ ਨਾਮ ਜਪੀ ਮੈਂ ਦਿਨ ਰਾਤ ਤੇਰਾ ਨਾਮ ਜਪ ਰਿਹਾ ਹਾਂ ਤੇ ਸੁਖ ਪਾਈ, ਨਾਲ ਮੈਂ ਸੁਖ ਵੀ ਪ੍ਰਾਪਤ ਕਰ ਰਿਹਾ ਹਾਂ। ਨਾਮ ਜਪ ਕੇ ਸਿਮਰਨ ਕਰਕੇ ਸੁਖ ਵੀ ਤਾਂ ਮਿਲਦਾ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ, ਨਿਤ ਜੀਵਾ ਆਸ ਹਰ ਤੇਰੀ। ਹੇ ਵਾਹਿਗੁਰੂ ਜੀ, ਮੈਂ ਹਮੇਸ਼ਾ ਲਈ ਤੇਰੀ ਆਸ ਤੇ ਹੀ ਜੀ ਰਿਹਾ ਹਾਂ, ਕਿਉਂਕਿ ਮੇਰੇ ਮਨ ਦੇ ਵਿੱਚ ਇਹ ਇੱਕ ਆਸ ਹੈ, ਇੱਕ ਉਮੀਦ ਹੈ, ਇੱਕ ਉਡੀਕ ਹੈ ਕਿ ਤੂੰ ਜ਼ਰੂਰ ਆ ਕੇ ਮੈਨੂੰ ਮਿਲੇਗਾ। ਬਸ ਤੇਰੀ ਆਸ ਤੇ ਮੈਂ ਜੀ ਰਿਹਾ ਹਾਂ। ਗੁਰ ਸਤਿਗੁਰ ਦਾਤੈ ਪੰਥ ਬਤਾਇਆ, ਹਰ ਮਿਲਿਆ ਆਏ ਪ੍ਰਭ ਮੇਰੀ। ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ, ਗੁਰ ਸਤਿਗੁਰ ਦਾਤਾ, ਜਿਹੜੇ ਗੁਰੂਆਂ ਦੇ ਗੁਰੂ ਸੱਚੇ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਜੋਤ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ, ਸਾਨੂੰ ਵਾਹਿਗੁਰੂ ਦੇ ਮਿਲਣ ਦਾ ਪੰਥ ਰਸਤਾ ਦੱਸ ਦਿੱਤਾ। ਬਈ ਤੁਸੀਂ ਇਸ ਢੰਗ ਦੇ ਨਾਲ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਸਕਦੇ ਹੋ। ਵਾਹਿਗੁਰੂ ਦੇ ਮਿਲਣ ਦਾ ਰਸਤਾ ਸਤਿਗੁਰੂ ਨੇ ਸਾਨੂੰ ਦੱਸ ਦਿੱਤਾ ਹੈ। ਹਰ ਮਿਲਿਆ ਆਏ ਪ੍ਰਭ ਮੇਰੀ, ਤੇ ਹੁਣ ਉਹ ਸਾਡੇ ਮਨ ਦਾ ਮੇਲੀ, ਸਾਡੇ ਜੀਵਨ ਦਾ ਸਾਥੀ, ਲੋਕ ਤੇ ਪ੍ਰਲੋਕ ਦਾ ਸਹਾਈ, ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਮਿਲਿਆ ਹੈ। ਅਨੰਦਨ ਆਨੰਦ ਭਇਆ ਵਡ ਭਾਗੀ, ਸਭ ਆਸ ਪੁੱਜੀ ਜਨ ਕੇਰੀ। ਲਓ ਹੁਣ ਗੁਰੂ ਦੀ ਕਿਰਪਾ ਦੇ ਨਾਲ ਰਾਤ ਦਿਨ ਸਾਨੂੰ ਤੇ ਆਨੰਦ ਪ੍ਰਾਪਤ ਹੋ ਗਿਆ ਹੈ। ਅਨੰਦਨ ਆਨੰਦ ਭਇਆ ਵਡ ਭਾਗੀ, ਵੱਡਿਆਂ ਭਾਗਾਂ ਦਾ ਸਦਕਾ ਸਾਨੂੰ ਤੇ ਰਾਤ ਦਿਨ ਆਨੰਦ ਪ੍ਰਾਪਤ ਹੋ ਗਿਆ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਸਭ ਆਸ ਪੁੱਜੀ ਜਨ ਕੇਰੀ, ਜਿਹੜੀ ਮੇਰੀ ਜਨ ਦੀ ਆਸ ਸੀ, ਕੋਈ ਉਮੀਦ ਸੀ, ਕੋਈ ਮਨ ਦੀ ਅਭਿਲਾਖਾ ਸੀ, ਕੋਈ ਸਦਰ ਸੀ, ਉਹ ਹੁਣ ਪੂਰੀ ਹੋ ਗਈ ਹੈ। ਉਹ ਕੀ ਸੀ? ਬਈ ਵਾਹਿਗੁਰੂ ਦੇ ਦੀਦਾਰ ਹੋ ਜਾਣ, ਤੇ ਉਹ ਗੁਰੂ ਦੀ ਕਿਰਪਾ ਦੁਆਰਾ ਮਨ ਦੀ ਆਸ ਪੂਰੀ ਹੋ ਗਈ ਹੈ। ਜਗਨਨਾਥ ਜਗਦੀਸ਼ਰ ਕਰਤੇ, ਸਭ ਵਸਗਤ ਹੈ ਹਰ ਕੇਰੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਫਿਰ ਅਰਦਾਸ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਜੀ, ਜਗਨਨਾਥ ਤੁਸੀਂ ਸਾਰੇ ਜਗਤ ਦੇ ਨਾਥ ਸੁਆਮੀ ਮਾਲਕ ਹੋ, ਜਗਦੀਸ਼ਰ ਤੇ ਸਾਰੇ ਜਗ ਦੇ ਈਸ਼ਵਰ ਵੀ ਹੋ, ਕਰਤੇ ਸਿਰਜਣਹਾਰ ਹੋ, ਸਭ ਵਸਗਤ ਹੈ ਹਰ ਕੇਰੀ। ਬਈ ਮਹਾਰਾਜ ਜਿੰਨੇ ਵੀ ਜੀਵ ਨੇ, ਵੀ ਸਾਰਿਆਂ ਦੀ ਗਤੀ ਆਪ ਜੀ ਦੇ ਹੱਥ ਵੱਸ ਹੀ ਹੈ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਵਾਹਿਗੁਰੂ ਦੀ ਹੁਕਮ ਦੀ ਨੱਥ ਸਾਰਿਆਂ ਦੇ ਨੱਕ ਵਿੱਚ ਪਈ ਹੋਈ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਸਭ ਵਸਗਤ ਹੈ ਹਰ ਕੇਰੀ। ਬਈ ਸਾਰੇ ਜੀਵਾਂ ਦੀ, ਸਾਰੇ ਸੰਸਾਰ ਦੀ ਗਤੀ ਵਾਹਿਗੁਰੂ ਦੇ ਹੱਥ ਵੱਸ ਹੈ। ਜਦੋਂ ਆਪਾਂ ਸ੍ਰੀ ਆਸਾ ਜੀ ਦੀ ਵਾਰ ਪੜ੍ਹਦੇ ਹਾਂ, ਉਹਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਪੈ ਵਿੱਚ ਪਵਨ ਵਹਿ ਸਦ ਵਾਓ, ਪੈ ਵਿੱਚ ਚੱਲਹਿ ਲਖ ਦਰਿਆਓ, ਪੈ ਵਿੱਚ ਅਗਨ ਕੱਢੈ ਵੇਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਨ ਅੰਤ। ਸਾਰੀ ਗਤੀ ਦੁਨੀਆ ਦੀ, ਕੁਦਰਤ ਦੀ ਵਾਹਿਗੁਰੂ ਦੇ ਹੱਥ ਵਿੱਚ ਦੱਸੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਹੇ ਵਾਹਿਗੁਰੂ ਜੀ, ਤੁਸੀਂ ਸਾਰੇ ਜਗਤ ਦੇ ਮਾਲਕ ਹੋ, ਤੁਸੀਂ ਜਗ ਦੇ ਈਸ਼ਵਰ ਹੋ, ਤੁਸੀਂ ਪਰਮ ਪਿਤਾ ਹੋ, ਸਾਰੇ ਸੰਸਾਰ ਦੀ ਗਤੀ ਤੁਹਾਡੇ ਹੱਥ ਵੱਸ ਹੈ। ਜਨ ਨਾਨਕ ਸਰਣਾਗਤ ਆਏ, ਹਰ ਰਾਖੋ ਪੈਜ ਜਨ ਕੇਰੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੰਤਲੀ ਪੰਕਤੀ ਵਿੱਚ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਹੁਣ ਅਸੀਂ ਆਪ ਜੀ ਦੀ ਸ਼ਰਨ ਵਿੱਚ ਆ ਕੇ ਪਏ ਹਾਂ।
ਹਰ ਰੱਖੋ ਪੈਜ ਜਨ ਕੇਰੀ। ਮਹਾਰਾਜ ਤੁਸੀਂ ਆਪਣੇ ਜਨਾਂ ਦੀ ਪੈਜ ਦਾ ਅਰਥ ਹੈ ਵਡਿਆਈ। ਆਪਣੇ ਜਨਾਂ ਦੀ ਇੱਜ਼ਤ ਤੁਸੀਂ ਆਪ ਰੱਖਦੇ ਹੋ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ। ਤੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਓ। ਹਰਨਾਕਸ਼ ਮਾਰ ਪਚਾਇਆ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਵੀ ਬਚਨ ਹਨ। ਹਰ ਜੁਗ ਜੁਗ ਭਗਤੋ ਪਾਇਆ। ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ ਦੁਸ਼ਟ ਹਰ ਮਾਰਿਆ। ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ। ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ। ਅੰਤ ਲੈ ਛਡਾਇਆ। ਇਸ ਢੰਗ ਦੇ ਨਾਲ ਮਹਾਰਾਜ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਤੁਸੀਂ ਆਪਣੇ ਦਾਸਾਂ ਦੀ, ਆਪਣੇ ਸੰਤਾਂ ਭਗਤਾਂ ਦੀ ਪੈਜ ਇੱਜ਼ਤ ਤੇ ਵਡਿਆਈ ਨੂੰ ਆਪ ਰੱਖਦੇ ਹੋ।